बिस्मिल्लाहिर्रहमानिर्रहीम। अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ ईमान दे विच रखे। अज दे व्लॉग दे विच मैं तुहाडे नाल एक इंतहाई अफसोसनाक वाक़या जिहड़ा झंग शहर दा आ उत्थे वाक़या पेश आया कि एक नौजवान 26 साल की खूबसूरत लड़की 20 जुलाई ਨੂੰ MBBS ਕਰਕੇ ਆਪਣੇ ਘਰ ਝੰਗ ਦੇ ਵਿੱਚ ਵਾਪਸ ਆਂਦੀ ਆ ਕਿ ਉਹਦਾ ਸਕਾ ਭਾਈ 18 ਸਾਲ ਉਹਦੀ ਉਮਰ ਹੁੰਦੀ ਆ, ਉਹਨੂੰ ਗੋਲੀਆਂ ਦੇ ਨਾਲ ਮਾਰ ਦਿੰਦਾ ਤੇ ਔਰ ਫਿਰ ਜਿਹੜੀ FIR ਦਰਜ ਹੁੰਦੀ ਆ ਉਹ ਝੂਠੀ ਦਰਜ ਹੁੰਦੀ ਆ। ਉਹਦਾ ਹੋਰ ਹੀ ਕੋਈ ਮੌਜੂ ਘੜਿਆ ਗਿਆ ਕਿ ਇਸ ਵਜ੍ਹਾ ਦੇ ਨਾਲ ਇਹ ਮਾਰੀ ਗਈ ਆ। ਲੇਕਿਨ ਜਦੋਂ ਪੁਲਿਸ ਨੇ ਤਫਤੀਸ਼ ਕੀਤੀ ਇਨਕਸ਼ਾਫਾਤ ਦੇ ਵਿੱਚ ਫਿਰ ਕੁਝ ਹੋਰ ਹੀ ਕੁਝ ਨਿਕਲਿਆ। ਉਹਦੀ ਮੁਕੰਮਲ ਸਟੋਰੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਇਹ ਵਾਕਿਆ ਝੰਗ ਸ਼ਹਿਰ ਦਾ ਆ। ਝੰਗ ਦੇ ਵਿੱਚ ਸੈਟਲਾਈਟ ਟਾਊਨ ਦਾ ਇਹ ਵਾਕਿਆ ਆ। ਉੱਥੇ ਇੱਕ ਫੈਮਿਲੀ ਰਹਿੰਦੀ ਆ। ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਸੀ ਮੁਹੰਮਦ ਮੁਸ਼ਤਾਕ। ਮੁਸ਼ਤਾਕ ਸਾਹਿਬ ਦੀ ਬੀਵੀ ਦਾ ਨਾਮ ਨੈਲਾ ਮੁਸ਼ਤਾਕ। अल्लाह ताला ने इन्हों दो बच्चे दिते सी, एक बेटा और एक बेटी। बेटा जिहड़ा सी उहदी उम्र 18 साल, उहदा नाम उमैर। बेटी जिहड़ी सी उहदी उम्र 26 साल और उहदा नाम आयशा। आयशा ने जिस वेले पाकिस्तान चो तालीम मुकम्मल की ते उस तो बाद वो आला तालीम वास्ते MBBS की डिग्री करने वास्ते किर्गिस्तान चले जाती है। उहदा वालद एक चंगा जिमीदार आदमी हुंदा, चंगियां जमीनां जमूना हुंदियां, उहदे वास्ते पैसा कोई अहमियत नहीं सी रखदा। उहने पैसा भी भर के ते अपनी बेटी नूं MBBS करने वास्ते किर्गिस्तान भेजता। ਜਿਹੜਾ ਬੱਚਾ ਸੀ ਉਹ ਬੜਾ ਨਲਾਇਕ ਤਰੀਨ ਬੱਚਾ ਸੀ ਤੇ ਜਦੋਂ 9ਵੀਂ ਦੇ ਵਿੱਚ ਹੋਇਆ ਨਾ ਤੇ ਫਿਰ ਉਹਦੀਆਂ ਸੈਪਲੀਆਂ ਸੁਪਲੀਆਂ ਆਈਆਂ, 2-3 ਪਰਚਿਆਂ 'ਚ ਫੇਲ ਹੋ ਗਿਆ। ਬਾਪ ਨੇ ਕਿਹਾ ਕਿ ਪੁੱਤ ਤੂੰ ਨਹੀਂ ਪੜ੍ਹਨਾ ਤੇ ਨਾ ਪੜ੍ਹ ਸਕਦਾ, ਤੂੰ ਇਸ ਤਰ੍ਹਾਂ ਕਰ, ਪੜ੍ਹਾਈ ਨੂੰ ਛੱਡ ਤੇ ਮੇਰੇ ਨਾਲ ਜ਼ਿਮੀਂਦਾਰਾ ਸ਼ੁਰੂ ਕਰਾ। ਉਹਨੇ ਨਾ ਮੁਸ਼ਤਾਕ ਨੇ ਆਪਣੇ ਬੇਟੇ ਦੀ ਪੜ੍ਹਾਈ ਛਡਾ ਕੇ ਆਪਣੇ ਨਾਲ ਜ਼ਿਮੀਂਦਾਰਾ ਕਰਵਾਉਣਾ ਸ਼ੁਰੂ ਕਰ ਲਿਆ। ਹੁਣ ਬਾਪ ਤੇ ਬੇਟਾ ਦੋਨੋਂ ਜ਼ਿਮੀਂਦਾਰਾ ਕਰਦੇ ਆ। ਬੇਟੀ ਨੂੰ ਕਿਰਗਿਸਤਾਨ ਦੇ ਵਿੱਚ MBBS ਦੀ ਡਿਗਰੀ ਕਰਨੇ ਵਾਸਤੇ ਭੇਜ ਦਿੱਤਾ, ਉੱਥੇ ਪੜ੍ਹਦੀ ਹੈ। ਡਾਕਟਰ ਆਇਸ਼ਾ ਜਿਹੜੀ ਆ MBBS ਦੀ ਡਿਗਰੀ ਜਿਸ ਵੇਲੇ 20 ਜੁਲਾਈ ਨੂੰ ਕਰਕੇ ਵਾਪਸ ਪਾਕਿਸਤਾਨ ਝੰਗ ਆਂਦੀ ਆ ਤੇ ਖਾਨਦਾਨ ਦੇ ਲੋਕ ਜਿਹੜੇ ਨੇ ਬੜੇ ਖੁਸ਼ ਹੁੰਦੇ ਨੇ, ਵੇਖਦੇ ਨੇ ਕਿ ਸਾਡੀ ਲੜਕੀ ਜਿਹੜੀ ਆਇਸ਼ਾ ਸੀ ਅੱਜ ਡਾਕਟਰ ਬਣ ਕੇ ਆ ਗਈ ਆ। ਮਾਂ ਪਿਓ ਬੜੇ ਖੁਸ਼, ਖਾਨਦਾਨ ਦੇ ਸਾਰੇ ਰਿਸ਼ਤੇਦਾਰ ਅਜ਼ੀਜ਼ੋ ਕਾਰਬ ਉਹਨੂੰ ਮੁਬਾਰਕਬਾਦ ਦੇਣ ਆ ਰਹੇ ਨੇ ਕਿ ਉਹ MBBS ਦੀ ਡਿਗਰੀ ਮੁਕੰਮਲ ਕਰਕੇ ਅੱਜ ਪਾਕਿਸਤਾਨ ਆ ਗਈ ਆ ਤੇ ਡਾਕਟਰ ਬਣ ਕੇ ਆ ਗਈ ਆ। ਉਸ ਖਾਨਦਾਨ ਨੂੰ ਬੜੀ ਖੁਸ਼ੀ ਸੀ ਕਿਉਂਕਿ ਉਹਨਾਂ ਦੇ ਖਾਨਦਾਨ ਦੇ ਵਿੱਚ ਪਹਿਲੋਂ ਕੋਈ ਵੀ ਡਾਕਟਰ ਨਹੀਂ ਸੀ ਹੈਗਾ। ਇੱਕ ਦਿਨ ਬੈਠਿਆ ਹੋਇਆ ਆਇਸ਼ਾ ਦੇ ਵਾਲਦ ਨੇ ਆਇਸ਼ਾ ਨੂੰ ਕਿਹਾ ਕਿ ਬੇਟਾ ਤੇਰੇ ਚਾਚੇ ਦਾ ਲੜਕਾ ਜਿਹੜਾ ਫਹੀਮ ਆ ਉਹ ਕਿਸ ਤਰ੍ਹਾਂ ਦਾ? ਆਇਸ਼ਾ ਕਹਿਣ ਲੱਗੀ ਕਿ ਅਬੂ ਬਹੁਤ ਅੱਛਾ, ਸਾਰੇ ਰਿਸ਼ਤੇਦਾਰ ਉਹਦੀ ਤਾਰੀਫ ਕਰਦੇ ਨੇ, ਬਹੁਤ ਅੱਛਾ, ਨੇਕ ਆ ਔਰ ਪੜ੍ਹਾਈ ਦੇ ਵਿੱਚ ਵੀ ਠੀਕ ਜਾ ਰਿਹਾ। ਤੇ ਉਹਦਾ ਅੱਬੂ ਕਹਿਣ ਲੱਗਾ ਬੇਟਾ ਮੇਰਾ ਦਿਲ ਕਰਦਾ ਕਿ ਗੁਲਜ਼ਾਰ ਜਿਹੜਾ ਉਹ ਮੇਰਾ ਭਰਾ ਆ ਤੇ ਫਹੀਮ ਉਹਦਾ ਬੇਟਾ ਆ ਤੇ ਮੇਰਾ ਭਤੀਜਾ, ਮੈਂ ਚਾਹੁੰਦਾ ਕਿ ਤੇਰਾ ਰਿਸ਼ਤਾ ਜਿਹੜਾ ਫਹੀਮ ਦੇ ਨਾਲ ਕਰ ਦਿੱਤਾ ਜਾਵੇ। ਇੰਨੀ ਗੱਲ ਸੁਣੀ ਤੇ ਉਹਦੀ ਜਿਹੜੀ ਬੇਟੀ ਸੀ ਡਾਕਟਰ ਆਇਸ਼ਾ ਉਹ ਪਰੇਸ਼ਾਨ ਹੋ ਗਈ। ਉਹ ਕਹਿਣ ਲੱਗੀ ਕਿ ਅਬੂ ਮੈਂ ਤਾਂ ਤੁਹਾਨੂੰ ਵੈਸੇ ਕਿਹਾ ਕਿ ਅੱਛਾ ਸ਼ਾਦੀ ਵਾਸਤੇ ਨਹੀਂ, ਮੈਂ ਕਿਹਾ ਸ਼ਾਦੀ ਮੈਂ ਉੱਥੇ ਨਹੀਂ ਕਰਨੀ ਹੈਗੀ। ਤੇ ਅਬੂ ਕਹਿਣ ਲੱਗਾ ਕਿਉਂ ਤੂੰ ਉੱਥੇ ਨਹੀਂ ਕਿਉਂ ਨਹੀਂ ਕਰਨੀ ਹੈਗੀ? ਆਇਸ਼ਾ ਕਹਿਣ ਲੱਗੀ ਕਿ ਅਬੂ ਮੈਂ ਜਿੱਥੇ ਪੜ੍ਹਦੀ ਸੀ ਨਾ ਉੱਥੇ ਡਾਕਟਰ ਹੁਸਨੈਨ ਆ, ਉਹਦਾ ਨਾਮ ਉਸ ਲੜਕੇ ਦਾ, ਉਹਨੂੰ ਮੈਂ ਪਸੰਦ ਕਰਦੀ ਆ, ਮੈਂ ਉਹਦੇ ਨਾਲ ਸ਼ਾਦੀ ਕਰਵਾਉਣੀ ਆ ਔਰ ਅਸੀਂ ਵਾਅਦਾ ਵੀ ਕੀਤਾ ਇੱਕ ਦੂਜੇ ਦੇ ਨਾਲ ਸ਼ਾਦੀ ਕਰਵਾਉਣ ਦਾ। ਅਬੂ ਜਿਹੜਾ ਸੀ ਮੁਸ਼ਤਾਕ ਔਰ ਫੈਮਿਲੀ ਦੇ ਦੂਜੇ ਘਰ ਦੇ ਸਾਰੇ ਬੈਠੇ ਸੀ, ਉਹ ਬੜੇ ਪਰੇਸ਼ਾਨ ਹੋ ਗਏ। ਉਹਨਾਂ ਨੇ ਕਿਹਾ ਕਿ ਬੇਟਾ ਤੂੰ ਗਲਤ ਕਰ ਰਹੀ ਆ, ਅਸੀਂ ਸ਼ਾਦੀ ਤੇਰੀ ਆਪਣੇ ਖਾਨਦਾਨ ਦੇ ਵਿੱਚ ਹੀ ਕਰਨੀ ਆ ਤੇ ਤੂੰ ਨਾ ਖਾਨਦਾਨ ਦੇ ਵਿੱਚ ਸਾਡੀ ਨੱਕ ਕਟਵਾਏਂਗੀ। ਲੋਕ ਕੀ ਕਹਿਣਗੇ ਕਿ ਇਹ ਬਾਹਰ ਪੜਨ ਗਈ ਆ, ਬਾਹਰ ਜਾ ਕੇ ਆਸ਼ਕੀਆਂ ਕੋ ਛੁਪੀਆਂ ਕਰਦੀ ਰਹੀ ਔਰ ਲੜਕੇ ਨੂੰ ਪਸੰਦ ਕਰਕੇ ਆ ਗਈ, ਏਦਾਂ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਨੱਕ ਕੱਟ ਜਾਏਗੀ, ਤੂੰ ਇਸ ਤਰ੍ਹਾਂ ਨਾ ਕਰ, ਅਸੀਂ ਤੇਰੀ ਸ਼ਾਦੀ ਫਹੀਮ ਦੇ ਨਾਲ ਹੀ ਕਰਨੀ ਆ। ਆਇਸ਼ਾ ਜਿਹੜੀ ਸੀ ਹੁਣ ਬੜੀ ਪਰੇਸ਼ਾਨ ਹੋ ਗਈ। ਉਹਨੇ ਨਾ ਡਾਕਟਰ ਹੁਸਨੈਨ ਨੂੰ ਫੋਨ ਕੀਤਾ ਤੇ ਦੱਸਿਆ ਕਿ ਇਸ ਤਰ੍ਹਾਂ ਮੇਰਾ ਰਿਸ਼ਤਾ ਜਿਹੜਾ ਆ ਮੇਰੇ ਘਰ ਵਾਲੇ ਕਰਨ ਲੱਗੇ ਨੇ, ਹੁਣ ਤੂੰ ਮੈਨੂੰ ਮਸ਼ਵਰਾ ਦੇ ਕਿ ਮੈਂ ਕੀ ਕਰਾਂ। ਤੇ ਡਾਕਟਰ ਹੁਸਨੈਨ ਚੁੱਕੇ ਹਸਪਤਾਲ ਦੇ ਵਿੱਚ ਡਿਊਟੀ ਤੇ ਸੀ, ਉਹਨੇ ਕਿਹਾ ਕਿ ਤੂੰ ਇਸ ਤਰ੍ਹਾਂ ਕਰਕੇ ਮੈਨੂੰ ਟਾਈਮ ਦੇ
ਤੇ ਫਿਲਹਾਲ ਮੈਂ ਫੌਰੀ ਤੌਰ ਤੇ ਤੈਨੂੰ ਕੁਝ ਨਹੀਂ ਦੱਸ ਸਕਦਾ, ਫਿਰ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਕੀ ਕਰਨਾ। ਤੇ ਉਸ ਤੋਂ ਬਾਅਦ ਫਿਰ ਡਾਕਟਰ ਹੁਸਨੈਨ ਤੇ ਡਾਕਟਰ ਆਇਸ਼ਾ ਇਹਨਾਂ ਦੋਨਾਂ ਨੇ ਰਲ ਕੇ ਤੇ ਪਲਾਨਿੰਗ ਬਣਾਈ ਤੇ ਇਹਨਾਂ ਨੇ WhatsApp ਦੇ ਉੱਤੇ ਨਿਕਾਹ ਕਰ ਲਿਆ। ਇੱਕ ਮੌਲਵੀ ਨੂੰ ਬੁਲਵਾਇਆ ਤੇ ਬੁਲਵਾ ਕੇ ਡਾਕਟਰ ਹੁਸਨੈਨ ਨੇ ਡਾਕਟਰ ਆਇਸ਼ਾ ਦੇ ਨਾਲ WhatsApp ਤੇ ਨਿਕਾਹ ਕਰ ਲਿਆ। ਜਿਸ ਵੇਲੇ ਨਿਕਾਹ ਕਰ ਲਿਆ, ਹੁਣ ਇਹ 20 ਜੁਲਾਈ ਨੂੰ ਪਾਕਿਸਤਾਨ ਆਈ। ਫਿਰ ਇਹ 2 ਅਗਸਤ ਦਾ ਵਾਕਿਆ ਤੇ ਸ਼ਾਮ ਨੂੰ 7:15 ਵਜੇ ਮਾਂ ਪਿਓ ਤੇ ਭਰਾ ਤੇ ਇਹ ਡਾਕਟਰ ਆਇਸ਼ਾ ਇਹ ਬੈਠੇ ਨੇ ਤੇ ਪਿਓ ਕਹਿਣ ਲੱਗਾ ਕਿ ਪੁੱਤ ਅੱਜ ਨਾ ਤੇਰੇ ਚਾਚੇ ਦੇ ਗੁਲਜ਼ਾਰ ਨੇ ਨਾ ਤੇਰੀ ਰਸਮ ਜਿਹੜੀ ਆ ਨਾ ਉਹ ਕਰਨੇ ਵਾਸਤੇ ਆਣਾ ਆ। ਉਹ ਕਹਿੰਦੇ ਨੇ ਕਿ ਅਸੀਂ ਮੰਗਣੀ ਕਰ ਲਈਏ ਤੇ 7:15 ਵਜੇ ਦਾ ਉਹਨਾਂ ਨੇ ਕਿਹਾ ਕਿ ਅਸੀਂ ਆਵਾਂਗੇ। ਤੇ ਉਹ ਡਾਕਟਰ ਜਿਹੜੀ ਆਇਸ਼ਾ ਸੀ ਉਹ ਅੱਗੋਂ ਬੋਲ ਪਈ, ਪੜ੍ਹੀ ਲਿਖੀ ਸੀ, ਸੁਲਝੀ ਹੋਈ ਸੀ। ਉਹਨੇ ਕਿਹਾ ਕਿ ਅਬੂ ਮੈਂ ਡਾਕਟਰ ਹੁਸੈਨ ਦੇ ਨਾਲ ਨਿਕਾਹ ਕਰ ਲਿਆ WhatsApp ਦੇ ਉੱਤੇ ਤੇ ਮੌਲਵੀ ਨੂੰ ਬੁਲਾ ਕੇ ਤੇ ਬਕਾਇਦਾ ਮੈਂ ਨਿਕਾਹ ਕਰ ਲਿਆ। ਹੁਣ ਮੈਂ ਤੇਰੀ ਬੇਟੀ ਨਹੀਂ ਰਹੀ ਬਲਕਿ ਡਾਕਟਰ ਹੁਸਨੈਨ ਦੀ ਮੈਂ ਬੀਵੀ ਵੀ ਆ। ਇੰਨੀ ਗੱਲ ਸੁਣਨੇ ਸੀ ਕਿ ਜਿਹੜਾ ਬੇਟਾ ਸੀ 18 ਸਾਲ ਦਾ ਉਮਰ, ਉਹ ਉੱਠ ਕੇ ਅੰਦਰ ਜਾਂਦਾ, ਜਾ ਕੇ ਤੇ ਦਰਾਜ਼ ਦੇ ਵਿੱਚੋਂ ਪਿਸਟਲ ਲਿਆਉਂਦਾ, ਫਟਾਫਟ ਕੱਢ ਕੇ ਤੇ ਆਂਦਾ ਹੀ ਆਪਣੀ ਭੈਣ ਨੂੰ ਜਿਹਦਾ ਨਾਮ ਡਾਕਟਰ ਆਇਸ਼ਾ ਸੀ, 26 ਸਾਲ ਦੀ ਉਮਰ ਸੀ, ਤੇ ਗੋਲੀਆਂ ਦੇ ਨਾਲ ਮਾਰ ਕੇ ਤੇ ਸਾਈਡ ਤੇ ਕਰ ਦਿੰਦਾ। ਔਰ ਫਿਰ ਆਪ ਜਿਸ ਵੇਲੇ ਗੋਲੀਆਂ ਨੂੰ ਮਾਰਦਾ ਡਾਕਟਰ ਆਇਸ਼ਾ ਡਿੱਗ ਜਾਂਦੀ ਆ, ਆਪ ਫਿਰ ਫਰਾਰ ਹੋ ਜਾਂਦਾ, ਦੌੜ ਜਾਂਦਾ। ਤੇ ਪਿਓ ਜਿਹੜਾ ਡਾਕਟਰ ਆਇਸ਼ਾ ਦਾ ਉਹ ਫੌਰੀ 15 ਤੇ ਕਾਲ ਕਰਦਾ। ਪੁਲਿਸ ਮੌਕੇ ਤੇ ਆ ਜਾਂਦੀ ਆ। ਪੁਲਿਸ ਨੂੰ ਡਾਕਟਰ ਆਇਸ਼ਾ ਦਾ ਵਾਲਦ ਮੁਸ਼ਤਾਕ ਔਰ ਉਹਦੀ ਅੰਮੀ ਨਾਇਲਾ ਮੁਸ਼ਤਾਕ ਦੋਨੋਂ ਦੱਸਦੇ ਨੇ ਕਿ ਇਹ ਭੈਣ ਭਰਾ ਸੀ ਦੋਨੋਂ। ਇਹ ਭਰਾ ਜਿਹੜਾ ਬਾਹਰੋਂ ਜਿਸ ਵੇਲੇ ਆਇਆ, ਇਹਨੇ ਆ ਕੇ ਆਪਣੀ ਭੈਣ ਨੂੰ ਕਿਹਾ ਕਿ ਮੈਨੂੰ ਖਾਣਾ ਦੇ ਦੇ, ਰੋਟੀ ਦੇ ਦੇ, ਮੈਨੂੰ ਭੁੱਖ ਲੱਗੀ ਆ। ਲੇਕਿਨ ਇਹਨੇ ਇਨਕਾਰੀ ਕਰ ਦਿੱਤੀ। ਇਹਨੇ ਕਿਹਾ ਕਿ ਸਬਰ ਕਰ, ਮੈਂ ਅਜੇ ਕੰਮ ਕਰ ਰਹੀ ਹਾਂ, ਮੈਂ ਵਿਹਲੀ ਹੋ ਕੇ ਤੈਨੂੰ ਦਿੰਦੀ ਹਾਂ। ਇਸ ਵਜ੍ਹਾ ਤੋਂ ਇਹਦੇ ਭਰਾ ਨੂੰ ਗੁੱਸਾ ਆਇਆ ਔਰ ਇਹਦੇ ਭਰਾ ਨੇ ਗੋਲੀਆਂ ਮਾਰ ਕੇ ਤੇ ਇਹਨੂੰ ਮਾਰ ਦਿੱਤਾ। ਤੇ ਇਸ ਤਰ੍ਹਾਂ ਫਿਰ ਪੁਲਿਸ ਨੇ ਜਿਸ ਵੇਲੇ ਫਿਰ ਮੁਕੱਦਮਾ FIR ਦਰਜ ਕੀਤੀ, ਇਸ FIR ਦਾ ਮੁਦਈ ਨਾ ਵਾਲਦ ਬਣਿਆ ਨਾ ਵਾਲਦਾ ਬਣੀ। ਭਰਾ ਜਿਹੜਾ ਸੀ ਉਹ ਤਾਂ ਫਿਰ ਤੁਹਾਨੂੰ ਪਤਾ ਫਰਾਰ ਹੋ ਗਿਆ ਸੀ, ਦੌੜ ਗਿਆ ਸੀ। ਤੇ ਇਹਦਾ ਮੁਦਈ ਬਣਿਆ ਉਹਦਾ ਇੱਕ ਹੋਰ ਚਾਚਾ ਸੀ ਮੁਸ਼ਤਾਕ, ਉਹਨੂੰ ਬਣਾਇਆ ਗਿਆ। ਕਿਉਂਕਿ ਪੁਲਿਸ ਸਮਝਦੀ ਸੀ ਕਿ ਅਗਰ ਮੁਦਈ ਪਿਓ ਨੂੰ ਬਣਾਇਆ ਜਾਂ ਮਾਂ ਨੂੰ ਬਣਾਇਆ, ਹੋ ਸਕਦਾ ਕੱਲ ਨੂੰ ਇਹ ਸੁਲ੍ਹਾ ਕਰ ਲੈਣ ਔਰ ਆਪਣੇ ਬੇਟੇ ਨੂੰ ਮਾਫ ਕਰ ਦੇਣ। ਇਹ ਖਬਰ ਜਿਸ ਵੇਲੇ CM ਪੰਜਾਬ ਮਰੀਮ ਨਵਾਜ਼ ਤੱਕ ਪਹੁੰਚੀ, ਉਹਨੇ ਫਿਰ ਫੌਰਨ ਇਹਦੀ ਤਹਿਕੀਕਾਤ ਦਾ ਹੁਕਮ ਦੇ ਦਿੱਤਾ। ਹੁਣ ਪੁਲਿਸ ਨੇ 302 ਦਾ ਪਰਚਾ ਇਹਦੇ ਉੱਤੇ ਦੇਤਾ ਉਮਰ ਦੇ ਉੱਤੇ। ਉਮਰ ਜਿਹੜਾ ਹੁਣ ਫਰਾਰ ਆ, ਅਜੇ ਤੱਕ ਉਹ ਗ੍ਰਿਫਤਾਰ ਨਹੀਂ ਹੋਇਆ। ਕੋਈ ਪਤਾ ਨਹੀਂ ਕਿੱਥੇ ਉਹ ਨੱਸ ਗਿਆ। ਲੇਕਿਨ ਵਾਲਦੈਨ ਨੇ ਇਹ ਝੂਠਾ ਪਰਚਾ ਕਰਾਇਆ ਕਿ ਇਹ ਲੜਾਈ ਦੀ ਵਜ੍ਹਾ ਨਾਲ ਹੋਇਆ। ਲੇਕਿਨ ਜਦੋਂ ਮਹੱਲੇ ਵਾਲਿਆਂ ਨੂੰ ਸਾਰਿਆਂ ਕੋਲੋਂ ਪੁੱਛਿਆ, ਆਸਤਾ ਆਸਤਾ ਗੱਲ ਫਿਰ ਨਿਕਲ ਗਈ। ਤੇ ਇਸ ਤਰ੍ਹਾਂ ਇਹ ਅੱਜ ਦਾ ਵਲੌਗ ਸੀ, ਅੱਜ ਦਾ ਵਾਕਿਆ ਸੀ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਦੇਖੋ, ਵਾਲਦੈਨ ਆਪਣੇ ਬੱਚਿਆਂ ਦੀ ਤਰਬੀਅਤ ਕਰਦੇ ਨੇ, ਉਹਨਾਂ ਨੂੰ ਪੜ੍ਹਾਉਂਦੇ ਨੇ, ਬੜਾ ਬਣਾਉਂਦੇ ਨੇ। ਦੇਖੋ ਉਹ ਡਾਕਟਰ ਆਇਸ਼ਾ ਦੇ ਉੱਤੇ ਕਿੰਨਾ ਪੈਸਾ ਲੱਗਿਆ ਹੋਏਗਾ। ਕਿਰਗਿਜ਼ਸਤਾਨ ਗਈ MBBS ਕਰਨੇ ਵਾਸਤੇ, ਲੇਕਿਨ 1 ਮਿੰਟ ਦੇ ਵਿੱਚ ਉਹਦੇ ਭਰਾ ਨੇ ਉਹਨੂੰ ਗੋਲੀਆਂ ਮਾਰ ਕੇ ਤੇ ਮਾਰ ਦਿੱਤਾ। ਇਹ ਜਿਹੜਾ ਅਸਲਾ ਪਿਸਟਲ ਵਗੈਰਾ ਪਾਕਿਸਤਾਨ ਦੇ ਵਿੱਚ ਸਰੇਆਮ ਹੋ ਗਿਆ। ਤੁਸੀਂ ਬਾਹਰ ਦੇ ਮੁਲਕ ਦੇਖ ਲਓ ਯਾਰ, ਕਦੀ ਸੁਣਿਆ ਤੁਸੀਂ ਵੀ ਕਿਸੇ ਨੇ ਉਹਨੂੰ ਗੋਲੀ ਮਾਰਤੀ? ਇਹ ਹੁੰਦਾ ਚਾਕੂ ਨਾਲ ਹਮਲਾ ਕਰਦਾ, ਛੁਰੀ ਨਾਲ ਹਮਲਾ ਕਰਦਾ। ਬਾਹਰ ਦੇ ਮੁਲਕ ਅਸਲੇ ਤੋਂ ਪਾਕ ਨੇ, ਕਿਸੇ ਘਰ ਦੇ ਵਿੱਚ ਅਸਲਾ ਨਹੀਂ ਹੈਗਾ। ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਹੋਣਾ ਚਾਹੀਦਾ, ਕਿਸੇ ਘਰ ਦੇ ਵਿੱਚ ਅਸਲਾ ਨਾ ਹੋਵੇ। ਅਗਰ ਅਸਲਾ ਹੋਵੇ ਤਾਂ ਜਿਹੜੇ ਗਵਰਨਮੈਂਟ ਦੇ ਅਹਿਲਕਾਰ ਨੇ, ਫੌਜ ਜਾਂ ਪੁਲਿਸ, ਇਹਨਾਂ ਕੋਲ ਹੋਣਾ ਚਾਹੀਦਾ। ਬਾਕੀ ਕਿਸੇ ਘਰ ਦੇ ਵਿੱਚ ਬੇਸ਼ੱਕ ਜਾਇਜ਼ ਆ ਜਾਂ ਨਜਾਇਜ਼ ਆ, ਅਸਲਾ ਨਹੀਂ ਹੋਣਾ ਚਾਹੀਦਾ। ਇਹ ਤੇ ਬਿਲਕੁਲ ਪਾਬੰਦੀ ਲਾ ਦੇਣੀ ਚਾਹੀਦੀ ਹੈ। ਕਿਉਂਕਿ ਜਿਸ ਵੇਲੇ ਗੁੱਸਾ ਚੜਦਾ ਇਨਸਾਨ ਨੂੰ, ਗੁੱਸਾ ਹਰਾਮ ਆ। ਇਨਸਾਨ ਜਿਸ ਵੇਲੇ ਗੁੱਸੇ ਚ ਆਉਂਦਾ, ਸ਼ੈਤਾਨ ਮਾੜੀ ਜਿਹੀ ਸੱਟ ਲਾਂਦਾ, ਲੋਹਾ ਗਰਮ ਹੁੰਦਾ ਤੇ ਕੰਬ ਪੈ ਜਾਂਦਾ। ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ। ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ।